ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਹਿੰਦੂ ਦ੍ਰਿਸ਼ਟੀਕੋਣ ਦੀ ਮਰਜ਼ ਬਾਰੇ ਵਿਚਾਰ ਸਾਂਝੇ ਕਰਾਂਗੇ। ਇਹ ਗੱਲ ਸਮਝਣੀ ਬਹੁਤੀ ਔਖੀ ਨਹੀਂ ਰਹਿ ਜਾਂਦੀ ਕਿ ਜੂਨ 1984 ਵਿੱਚ ਭਾਰਤੀ ਫੌਜ ਦੁਆਰਾ ਹਰਿਮੰਦਰ ਸਾਹਿਬ ਸਮੂਹ ਉੱਤੇ ਕੀਤੇ ਗਏ ਦਵੇਸ਼ ਭਰੇ ਹਮਲੇ ਦਾ ਸਿੱਖ ਜਗਤ ਨੇ ਇੰਨਾ ਤਿੱਖਾ ਦੁੱਖ ਤੇ ਬੁਰਾ ਕਿਉਂ ਮਨਾਇਆ ਅਤੇ ਸਿੱਖਾਂ ਦੇ ਮਨਾਂ ਅੰਦਰ ਰੋਸ ਤੇ ਗੁੱਸੇ ਦੀ ਇੰਨੀ ਤੀਬਰ ਜਵਾਲਾ ਕਿਉਂ ਭੜਕ ਉੱਠੀ। ਅਸਲ ਵਿੱਚ ਇਸ ਘਟਨਾ ਨਾਲ ਸਿੱਖਾਂ ਨੂੰ ਦੋਹਰਾ ਸਦਮਾ ਪਹੁੰਚਿਆ। ਇੱਕ ਆਪਣੇ ਰੱਬ ਦੇ ਘਰ ਉੱਤੇ ਵਹਿਸ਼ੀ ਹਮਲੇ ਦਾ ਦੁੱਖ ਜਾਂ ਆਪਣੇ ਹੀ ਸਮਝੇ ਜਾਂਦੇ ਹਾਕਮਾਂ ਵੱਲੋਂ ਸਿੱਖ ਸੰਵੇਦਨਾ ਪ੍ਰਤੀ ਦਿਖਾਈ ਸਿਰੇ ਦੀ ਬੇਰੁਖੀ ਤੇ ਜਾਹਲ ਵਤੀਰੇ ਦਾ ਸਦਮਾ। ਸਿੱਖ ਕੌਮ ਦੇ ਇੱਕ ਤਕੜੇ ਵਰਗ ਨੂੰ ਮਗਰਲੀ ਗੱਲ ਨੇ ਖਾਸ ਤੌਰ ਤੇ ਵੱਧ ਬੇਹਾਲ ਕੀਤਾ। ਉਹਨਾਂ ਦਾ ਸੋਚਣਾ ਤੇ ਕਹਿਣਾ ਸੀ ਕਿ ਮੱਧ ਯੁੱਗ ਦੇ ਸਮੇਂ ਆਪਣੇ ਮਜ਼ਹਬੀ ਜਨੂਨ ਤੇ ਜ਼ੁਲਮਾਂ ਲਈ ਬਦਨਾਮ ਮੁਗਲਾਂ ਤੇ ਦੁਰਾਨੀਆਂ ਹੱਥੋਂ ਤਾਂ ਸਿੱਖਾਂ ਨਾਲ ਅਜਿਹੇ ਵਹਿਸ਼ੀ ਸਲੂਕ ਦੀ ਸਮਝ ਪੈਂਦੀ ਹੈ। ਜੇ ਇਹ ਉਪੱਦਰ ਬਰਤਾਨਵੀ ਹਾਕਮਾਂ ਹੱਥੋਂ ਹੋਇਆ ਹੁੰਦਾ ਤਾਂ ਵੀ ਸਿੱਖਾਂ ਨੂੰ ਇੰਨੀ ਹੈਰਾਨੀ ਤੇ ਗਿਲਾਨੀ ਨਹੀਂ ਸੀ ਹੋਣੀ। ਪਰ ਭਾਰਤ ਦਾ ਹਿੰਦੂ ਵਰਗ ਜੋ ਸਿੱਖਾਂ ਨੂੰ ਆਪਣੇ ਹੀ ਜਿਸਮ ਦਾ ਲਹੂ ਅੰਗ ਸਮਝਣ ਤੇ ਸਿਧਾਂਤ ਦਾ ਹਠੀਲਾ ਧਾਰਕ ਤੇ ਸ਼ੋਰੀਲਾ ਪ੍ਰਚਾਰਕ ਬਣਿਆ ਹੋਇਆ ਹੈ, ਅਜਿਹਾ ਵਹਿਸ਼ੀ ਕਾਰਾ ਕਰਦਿਆਂ ਉਸ ਦੀ ਜ਼ਮੀਰ ਕਿਉਂ ਨਾ ਕੰਬੀ। ਆਖਰਕਾਰ ਜਿਸ ਵਰਗ ਨੇ ਸਿੱਖ ਪੰਥ ਨੂੰ ਇਸ ਧਰਤੀ ਤੇ ਜਨਮ ਲੈਂਦਿਆਂ ਅਤੇ ਇਤਿਹਾਸ ਦੇ ਕਾਲੇ ਖੌਫਨਾਕ ਦੌਰ ਅੰਦਰ ਧਾਰਮਿਕ ਆਜ਼ਾਦੀ ਲਈ ਇਸ ਧਰਤੀ ਨੂੰ ਵਾਰ-ਵਾਰ ਆਪਣੇ ਖੂਨ ਨਾਲ ਸਿੰਜਦੇ ਹੋਏ ਦੇਖਿਆ ਹੈ, ਉਹ ਸਿੱਖਾਂ ਦੇ ਫਲਸਫੇ, ਇਤਿਹਾਸ ਤੇ ਰਵਾਇਤਾਂ ਤੋਂ ਇੰਨਾ ਕੋਰਾ ਨਹੀਂ ਹੋ ਸਕਦਾ ਕਿ ਉਸ ਨੂੰ ਇਸ ਦੇ ਖਤਰਨਾਕ ਨਤੀਜਿਆਂ ਦੀ ਪੂਰਵ ਸੋਝੀ ਹੀ ਨਾ ਹੋਵੇ। ਸਿੱਖਾਂ ਦੇ ਇੱਕ ਵਰਗ ਨੂੰ ਇਹ ਗੱਲ ਸਮਝਣ ਵਿੱਚ ਵੱਡੀ ਮਨੋਵਿਗਿਆਨਿਕ ਔਕੜ ਪੇਸ਼ ਆਈ। ਪਰ ਜਿਵੇਂ ਕਿ ਸ਼ੁਰੂ ਵਿੱਚ ਹੀ ਜ਼ਿਕਰ ਹੋ ਚੁੱਕਾ ਹੈ, ਇਹ ਨਹੀਂ ਕਿ ਭਾਰਤੀ ਹਾਕਮਾਂ ਨੂੰ ਹੋਰ ਭਰੇ ਸਿੱਖ ਪ੍ਰਤੀਕਰਮ ਦਾ ਕੋਈ ਅੰਦੇਸ਼ਾ ਨਹੀਂ ਸੀ ਜਾਂ ਉਹਨਾਂ ਨੂੰ ਸਿੱਖ ਇਤਿਹਾਸ ਤੇ ਰਵਾਇਤਾਂ ਦੀ ਕੋਈ ਜਾਣਕਾਰੀ ਹੀ ਨਹੀਂ ਸੀ। ਅਜਿਹੇ ਮਾਮਲੇ ਵਿੱਚ ਅਸਲੀ ਗੱਲ ਦੂਜੀ ਧਿਰ ਦੇ ਪੱਖ ਦੀ ਖਾਲੀ ਜਾਣਕਾਰੀ ਦੀ ਨਹੀਂ ਸੀ। ਖਾਲੀ ਜਾਣਕਾਰੀ ਨਾਲੋਂ ਵੱਧ ਅਹਿਮ ਗੱਲ ਦੂਜੀ ਧਿਰ ਦੇ ਦ੍ਰਿਸ਼ਟੀਕੋਣ ਨੂੰ ਸ਼ੁੱਧ ਹਿਰਦੇ ਨਾਲ ਸਮਝਣ ਦੀ ਰੁਚੀ ਤੇ ਸਮਰੱਥਾ ਦੀ ਹੁੰਦੀ ਹੈ। ਇਸ ਸਬੰਧ ਵਿੱਚ ਐਡਵਰਡ ਸੈਦ ਨੇ ਇੱਕ ਬਹੁਤ ਹੀ ਵਿਚਾਰਯੋਗ ਸਿਧਾਂਤਕ ਨੁਕਤਾ ਉਭਾਰਿਆ ਹੈ ਕਿ ਗੱਲ ਨਿਰੀ ਦੂਸਰੇ ਨੂੰ ਜਾਣਨ ਤੇ ਸਮਝਣ ਦੀ ਨਹੀਂ, ਸਮਝਣ ਦੇ ਪਿੱਛੇ ਕੰਮ ਕਰਦੀ ਨੀਤ ਤੇ ਭਾਵਨਾ ਦੀ ਹੈ। ਆਰਥਕ ਕਿਸੇ ਦੂਸਰੇ ਨੂੰ ਅਪਣਾਉਣ ਦੀ ਭਾਵਨਾ ਨਾਲ ਅਤੇ ਉਸ ਨੂੰ ਦਬਾਉਣ ਜਾਂ ਸਤਾਉਣ ਦੀ ਭਾਵਨਾ ਨਾਲ ਜਾਣਨ ਵਿੱਚ ਜ਼ਮੀਨ ਆਸਮਾਨ ਜਿੱਡਾ ਫਰਕ ਹੈ। ਇਹ ਸੱਚ ਕਿਸੇ ਕੋਲ ਗੁੱਝਾ ਨਹੀਂ ਕਿ ਭਾਰਤ ਦੇ ਹਿੰਦੂ ਹੁਕਮਰਾਨ ਵਰਗ ਅੰਦਰ ਸਿੱਖਾਂ ਦੇ ਦ੍ਰਿਸ਼ਟੀਕੋਣ ਨੂੰ ਸਹੀ ਰੂਪ ਵਿੱਚ ਤੇ ਦਰੁਸਤ ਭਾਵਨਾ ਨਾਲ ਸਮਝਣ ਦੀ ਨਾ ਤਾਂ ਰੁਚੀ ਸੀ ਅਤੇ ਨਾ ਉਹਨਾਂ ਅੰਦਰ ਸਿੱਖ ਦ੍ਰਿਸ਼ਟੀਕੋਣ ਨੂੰ ਸਮਝ ਸਕਣ ਦੀ ਕਾਬਲੀਅਤ ਤੇ ਸਮਰੱਥਾ ਹੀ ਹੈ। ਕਾਰਨ ਇਹ ਕਿ ਉਹਨਾਂ ਦਾ ਸਮੁੱਚਾ ਦਾਰਸ਼ਨਿਕ ਨਜ਼ਰੀਆ ਤੇ ਇਤਿਹਾਸਕ ਅਨੁਭਵ ਸਿੱਖਾਂ ਨਾਲੋਂ ਅਹਿਮ ਰੂਪ ਵਿੱਚ ਵੱਖਰਾ ਹੈ। ਹਿੰਦੁਸਤਾਨ ਨੂੰ ਲੁੱਟਣ ਦੀ ਹਵਸ ਨਾਲ ਉੱਤਰ ਪੱਛਮ ਦੇ ਰਸਤਿਓਂ ਆਏ ਧਾੜਵੀਆਂ ਨੇ ਦਰਬਾਰ ਸਾਹਿਬ ਉੱਤੇ ਪਹਿਲੀ ਵੇਰ 18ਵੀਂ ਸਦੀ ਦੇ ਮੱਧ ਵਿੱਚ ਜਾ ਕੇ ਹਮਲਾ ਕੀਤਾ ਸੀ। ਪਰ ਉਹ ਲੁੱਟ ਦੀ ਲਾਲਸਾ ਤੇ ਮਜ਼ਹਬੀ ਅਸਬ ਪੁਣੇ ਚੋਂ ਹਿੰਦੂ ਮੰਦਰਾਂ ਨੂੰ ਤਾਂ ਇਸ ਨਾਲੋਂ ਕੋਈ 700 ਸਾਲ ਪਹਿਲਾਂ ਤੋਂ ਹੀ ਲੁੱਟਦੇ, ਉਜਾੜਦੇ ਤੇ ਅਪਮਾਨਿਤ ਕਰਦੇ ਆ ਰਹੇ ਸਨ। ਇਸ ਸਾਰੇ ਸਮੇਂ ਦੌਰਾਨ ਭਾਰਤ ਦੇ ਹਿੰਦੂ ਵਰਗ ਵੱਲੋਂ ਆਪਣੇ ਕਿਸੇ ਮੰਦਰ ਜਾਂ ਸਮਾਰਕ ਦੀ ਰਾਖੀ ਲਈ ਲਹੂ ਵਹਾਉਣ ਦਾ ਇਤਿਹਾਸ ਅੰਦਰ ਕੋਈ ਪ੍ਰਮਾਣ ਨਹੀਂ ਮਿਲਦਾ। ਭਾਵੇਂ ਕਿ ਹਿੰਦੂਆਂ ਦੇ ਕੁਝ ਲੜਾਕੇ ਵਰਗਾਂ, ਖਾਸ ਕਰਕੇ ਮਰਾਠਿਆਂ ਤੇ ਰਾਜਪੂਤਾਂ ਦੁਆਰਾ ਆਪਣੀਆਂ ਬਾਦਸ਼ਾਹਾਂ ਦੀ ਰਾਖੀ ਲਈ ਵਿਦੇਸ਼ੀ ਜਰਵਾਣਿਆਂ ਨਾਲ ਲੜੀਆਂ ਬਹਾਦਰੀਆਂ ਭਰੀਆਂ ਜੰਗਾਂ ਦਾ ਵਰਣਨ ਆਮ ਮਿਲ ਜਾਂਦਾ ਹੈ। ਇਸ ਇਤਿਹਾਸਕ ਤੱਥ ਨੂੰ ਅਜੇ ਤੱਕ ਕਿਸੇ ਨਹੀਂ ਝੁਠਲਾਇਆ ਜਾ ਸਕਦਾ ਕਿ ਜਦ ਮਹਿਮੂਦ ਗਜ਼ਨਵੀ ਨੇ ਸੋਮਨਾਥ ਦੇ ਪ੍ਰਸਿੱਧ ਮੰਦਰ ਨੂੰ ਪਹਿਲੀ ਵਾਰ ਲੁੱਟਿਆ ਤੇ ਉਜਾੜਿਆ ਸੀ ਤਾਂ ਵੱਡੀ ਗਿਣਤੀ ਵਿੱਚ ਉੱਥੇ ਮੌਜੂਦ ਪੰਡਤ ਤੇ ਪੁਜਾਰੀ ਬਿਨਾਂ ਕੋਈ ਵਿਰੋਧ ਕੀਤੇ
ਸਵੇ ਇੱਛਾ ਨਾਲ ਹੀ ਇਸ ਨੂੰ ਸੁਣਨਾ ਛੱਡ ਕੇ ਭੱਜ ਗਏ ਸਨ। ਤਾਜ਼ਾ ਪ੍ਰਕਾਸ਼ਿਤ ਹੋਈ ਇੱਕ ਇਤਿਹਾਸਕ ਖੋਜ 'ਚੋਂ ਇਹ ਹੈਰਾਨੀ ਭਰਿਆ ਤੱਥ ਉਜਾਗਰ ਹੋਇਆ ਕਿ ਸੋਮਨਾਥ ਤੇ ਇਸ ਦੇ ਨੇੜਲੇ ਸਮਾਰਕਾਂ ਵਿੱਚ ਕੰਧਾਂ ਤੇ ਉੱਕਰੇ ਸ਼ਿਲਾ ਲੇਖਾਂ ਵਿੱਚ ਇਸ ਹਮਲੇ ਦਾ ਕਿਤੇ ਜ਼ਿਕਰ ਤੱਕ ਨਹੀਂ ਮਿਲਦਾ। 9 ਸਦੀਆਂ ਤੋਂ ਵੀ ਵੱਧ ਸਮੇਂ ਤੱਕ ਹਿੰਦੂਆਂ ਦੇ ਕਿਸੇ ਵੀ ਵਰਗ ਅੰਦਰ ਸੋਮਨਾਥ ਦੇ ਮੰਦਰ ਨੂੰ ਮੁੜ ਪਹਿਲਾਂ ਵਾਲੀ ਜਗ੍ਹਾ ਉੱਤੇ ਉਸਾਰਨ ਦੀ ਤਾਕ ਪੈਦਾ ਨਾ ਹੋਈ। ਇਸ ਮੰਦਰ ਨੂੰ ਮੁੜ ਤੋਂ ਪੁਰਾਣੀ ਜਗ੍ਹਾ 'ਤੇ ਉਸਾਰਨ ਦਾ ਫੈਸਲਾ ਜਾ ਕੇ 1951 ਵਿੱਚ ਲਿਆ ਗਿਆ ਸੀ, ਭਾਵ ਉਦੋਂ ਜਦੋਂ ਭਾਰਤੀ ਰਾਜ ਭਾਗ ਦੀ ਵਾਗਡੋਰ ਹਿੰਦੂ ਵਰਗ ਦੇ ਹੱਥਾਂ ਵਿੱਚ ਆ ਗਈ ਸੀ ਅਤੇ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਖੁੱਲ੍ਹੀ ਮਦਦ ਕਰਨ ਲਈ ਤਤਪਰ ਹੋ ਗਈ ਸੀ, ਜੋ ਆਪਣੇ ਅਲੱਗ ਕਿਸਮ ਦੇ ਧਰਮ ਸ਼ਾਸਤਰ ਤੇ ਇਤਿਹਾਸਕ ਅਨੁਭਵ ਦੀ ਵਜ੍ਹਾ ਕਰਕੇ ਹਿੰਦੂ ਵਰਗ ਲਈ ਹਰਿਮੰਦਰ ਸਾਹਿਬ ਨਾਲ ਸਿੱਖਾਂ ਦੇ ਅਨੋਖੇ ਰਿਸ਼ਤੇ ਦੀ ਵਿਆਕਰਨ ਨੂੰ ਸਮਝਣਾ ਔਖਾ ਹੈ। ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਕਿਸੇ ਵੀ ਨਾਮਵਰ ਸਿੱਖ ਵਿਦਵਾਨ ਦਾ ਪ੍ਰਤੀਕਰਮ ਦੇਖ ਲਵੋ, ਉਸ ਵਿੱਚੋਂ ਹਿੰਦੂ ਹਾਕਮ ਵਰਗ ਉੱਤੇ ਸਿੱਖ ਦ੍ਰਿਸ਼ਟੀਕੋਣ ਨੂੰ ਨਾ ਸਮਝਣ ਦਾ ਰੋਸ ਤੇ ਗਿਲਾ ਸਾਫ਼ ਪ੍ਰਗਟ ਹੁੰਦਾ ਹੈ। ਹਰਜੀ ਮਲਿਕ ਨੇ ਇਸ ਮਾਮਲੇ ਨੂੰ ਸਿੱਧੇ ਤੇ ਤਿੱਖੇ ਰੂਪ ਵਿੱਚ ਸੰਬੋਧਿਤ ਹੁੰਦਿਆਂ ਇੰਡੀਅਨ ਐਕਸਪ੍ਰੈਸ ਵਿੱਚ ਇੱਕ ਧੜੱਲੇਦਾਰ ਲੇਖ ਲਿਖਿਆ ਸੀ ਅਤੇ ਦੱਸਿਆ ਸੀ ਕਿ ਕਿਵੇਂ ਦਿੱਲੀ ਦੇ ਇੱਕ ਵੱਡੇ ਰੋਜ਼ਾਨਾ ਅਖਬਾਰ ਦੇ ਸੰਪਾਦਕ ਨੇ ਸਿੱਖਾਂ ਦੇ ਗੁੱਸੇ ਭਰੇ ਪ੍ਰਤੀਕਰਮ ਉੱਤੇ ਨਾ ਸਿਰਫ ਆਪਣੀ ਹੈਰਾਨੀ ਦਿਖਾਈ, ਸਗੋਂ ਨਾਲ ਹੀ ਅਜੀਬੋ ਗਰੀਬ ਜਾਪਦੇ ਇਸ ਵਰਤਾਰੇ ਨੂੰ ਸਮਝਣ ਵਿੱਚ ਆਪਣੀ ਤੇ ਆਪਣੇ ਹਿੰਦੂ ਭਾਈਚਾਰੇ ਦੀ ਅਸਮਰਥਤਾ ਤੇ ਲਾਚਾਰਗੀ ਵੀ ਪ੍ਰਗਟਾਈ। ਉਸ ਸੰਪਾਦਕ ਦਾ ਇਹ ਨੀਝੱਕ ਮੰਨਣਾ ਸੀ ਕਿ ਧਰਮ ਪ੍ਰਤੀ ਆਪਣੇ ਅਲੱਗ ਕਿਸਮ ਦੇ ਦ੍ਰਿਸ਼ਟੀਕੋਣ ਦੀ ਵਜ੍ਹਾ ਕਰਕੇ ਹਿੰਦੂ ਮਨ ਲਈ ਸਿੱਖਾਂ ਦੇ ਇਸ ਪ੍ਰਤੀਕਰਮ ਨੂੰ ਠੀਕ ਪੂਰੀ ਤਰ੍ਹਾਂ ਸਮਝ ਸਕਣਾ ਉੱਕਾ ਹੀ ਸੌਖਾ ਨਹੀਂ ਹੈ। ਹਰਜੀ ਮਲਿਕ ਦਾ ਇਹ ਕਹਿਣਾ 16 ਆਨੇ ਸੱਚ ਸੀ ਕਿ ਹਿੰਦੂਆਂ ਕੋਲੋਂ ਦਰਬਾਰ ਸਾਹਿਬ ਦੇ ਬਰਾਬਰ ਦਾ ਕੋਈ ਇਕਲੌਤਾ ਤੀਰਥ ਨਾ ਹੋਣ ਸਦਕਾ ਉਹਨਾਂ ਵੱਲੋਂ ਅਜਿਹੀ ਅਸਮਰਥਤਾ ਤੇ ਹੈਰਾਨਗੀ ਪ੍ਰਗਟਾਉਣੀ ਕੋਈ ਓਪਰੀ ਗੱਲ ਨਹੀਂ ਜਾਪਦੀ। ਸਿੰਗਾਪੁਰ ਦੇ ਸਾਬਕਾ ਚੀਫ ਜਸਟਿਸ ਸਰਦਾਰ ਚੂੜ ਸਿੰਘ ਸਿੱਧੂ ਨੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਲਿਖੀ ਆਪਣੀ ਅਹਿਮ ਕਿਤਾਬ ਵਿੱਚ ਦਰਬਾਰ ਸਾਹਿਬ ਬਾਰੇ ਠੀਕ ਇਹੋ ਨੁਕਤਾ ਨਜ਼ਰ ਉਭਾਰਿਆ ਹੈ। ਉਹਨਾਂ ਲਿਖਿਆ ਹੈ ਕਿ ਅਲੱਗ-ਅਲੱਗ ਸੱਭਿਆਚਾਰਾਂ ਦੇ ਪ੍ਰਤੱਖਣ ਅਲੱਗ-ਅਲੱਗ ਹੋਇਆ ਕਰਦੇ ਹਨ। ਸਿੱਖਾਂ ਦੇ ਦਰਬਾਰ ਸਾਹਿਬ ਨਾਲ ਮੋਹ ਪਿਆਰ, ਅਦਬ ਸਤਿਕਾਰ, ਸੰਪੂਰਨ ਵਫਾਦਾਰੀ ਅਤੇ ਸਿੱਧਕ ਭਰਪੂਰ ਪ੍ਰਤੀਬੱਧਤਾ ਗੈਰ ਸਿੱਖਾਂ ਦੇ ਗੇੜ ਵਿੱਚ ਨਹੀਂ ਆ ਸਕਦੀ। ਸੋ ਇਸ ਲਿਹਾਜ਼ ਨਾਲ ਹਿੰਦੂ ਵਰਗ ਦੀਆਂ ਰਵਾਇਤਾਂ ਕਿਉਂਕਿ ਸਿੱਖਾਂ ਨਾਲੋਂ ਬਹੁਤ ਹੀ ਅਲੱਗ ਹਨ, ਕਿਉਂਕਿ ਉਹਨਾਂ ਕਦੇ ਵੀ ਆਪਣੇ ਕਿਸੇ ਧਾਰਮਿਕ ਸਥਾਨ ਦੀ ਰਾਖੀ ਲਈ ਲਹੂ ਨਹੀਂ ਵਹਾਇਆ, ਕਿਉਂਕਿ ਉਹਨਾਂ ਦੇ ਧਾਰਮਿਕ ਸਥਾਨਾਂ ਉੱਤੇ ਹਮਲਿਆਂ ਨੇ ਉਹਨਾਂ ਦੇ ਖੂਨ ਨੂੰ ਕਦੇ ਵੀ ਜੋਸ਼ ਉਬਾਲਾ ਨਹੀਂ ਦਿੱਤਾ ਅਤੇ ਉਹਨਾਂ ਕੋਲ ਅਜਿਹਾ ਕੋਈ ਵੀ ਸਮਾਰਕ ਨਹੀਂ ਜੋ ਇਤਿਹਾਸ ਅੰਦਰ ਦਰਬਾਰ ਸਾਹਿਬ ਦੀ ਤਰ੍ਹਾਂ ਉਹਨਾਂ ਦੀ ਧਾਰਮਿਕ ਪਛਾਣ ਤੇ ਸਿੱਧਗੀ ਵਿਰੋਧ ਦਾ, ਉਹਨਾਂ ਦੇ ਸਮੁੱਚੇ ਭਾਈਚਾਰੇ ਦੀ ਜਿੰਦ ਤੇ ਆਤਮਾ ਦਾ ਅਤੇ ਉਹਨਾਂ ਦੀ ਕੌਮੀ ਏਕਤਾ ਤੇ ਆਜ਼ਾਦੀ ਦਾ ਚਿੰਨ੍ਹ ਬਣ ਕੇ ਉੱਭਰ ਆਇਆ ਹੋਵੇ। ਇਸ ਕਰਕੇ ਭਾਰਤ ਦਾ ਬਹੁਗਿਣਤੀ ਵਰਗ ਸਿੱਖਾਂ ਦੇ ਹਕੀਕੀ ਦੁੱਖ ਨੂੰ ਹਮਦਰਦੀ ਨਾਲ ਸਮਝਣ ਤੇ ਸਮਰਥ ਨਾ ਹੋ ਸਕਿਆ। ਦਰਬਾਰ ਸਾਹਿਬ ਦੇ ਇਸ ਨਿਆਰੇ ਰੁਤਬੇ ਤੇ ਮਹੱਤਵ ਸਦਕਾ ਸਿੱਖਾਂ ਦੀਆਂ ਨਜ਼ਰਾਂ ਵਿੱਚ ਇਹ ਨਿਰਾ ਉਹਨਾਂ ਦੀ ਪੂਜਾ ਤੇ ਕੇਂਦਰ ਤੇ ਹਮਲਾ ਨਹੀਂ ਸੀ, ਉਹਨਾਂ ਦੇ ਧਰਮ ਦੀਆਂ ਬੁਨਿਆਦਾਂ ਅਤੇ ਉਹਨਾਂ ਦੇ ਸਮੁੱਚੇ ਭਾਈਚਾਰੇ ਤੇ ਹਮਲਾ ਸੀ ਇਹ, ਜਿਸ ਨਾਲ ਉਹਨਾਂ ਦੇ ਕਾਲਜੇ ਸੱਲੇ ਗਏ ਅਤੇ ਸਾਰੀ ਸਿੱਖ ਕੌਮ ਨੇ ਇੰਜ ਮਹਿਸੂਸ ਕੀਤਾ ਜਿਵੇਂ ਉਹਨਾਂ ਦੀ ਦਸਤਾਰ ਲੱਥ ਗਈ ਹੋਵੇ। ਸਿੱਖ ਮਨ ਅੰਦਰ ਦਰਬਾਰ ਸਾਹਿਬ ਦੀਆਂ ਇਤਿਹਾਸ ਨਾਲ ਜੁੜੀਆਂ ਅਮਿੱਟ ਗੂੜ੍ਹੀਆਂ ਯਾਦਾਂ ਸਦਕਾ ਸਿੱਖਾਂ ਨੇ ਇਸ ਹਮਲੇ ਨੂੰ ਨਿਰਾ ਫੌਰੀ ਸੰਦਰਭ ਵਿੱਚ ਨਹੀਂ ਲਿਆ, ਸਗੋਂ ਡੂੰਘੇ ਇਤਿਹਾਸਕ ਪ੍ਰਸੰਗ ਵਿੱਚ ਦੇਖਿਆ। ਇਸ ਵਿੱਚੋਂ ਸਿੱਖਾਂ ਨੂੰ ਅਤੀਤ ਦੀਆਂ ਉਹਨਾਂ ਘਟਨਾਵਾਂ ਦੀ ਗੂੰਜ ਸੁਣਾਈ ਦਿੱਤੀ ਜਦ ਦੁਸ਼ਮਣਾਂ ਵੱਲੋਂ ਉਹਨਾਂ ਦੇ ਮਰਕਜ਼ੇ ਮੁਕੱਦਸ ਤੇ ਹਮਲੇ ਕੀਤੇ ਜਾਂਦੇ ਰਹੇ, ਇਸ ਦੀਆਂ ਘੇਰਾਬੰਦੀਆਂ ਕੀਤੀਆਂ ਜਾਂਦੀਆਂ ਰਹੀਆਂ
ਤੇ ਇਸ ਨੂੰ ਨਸ਼ਟ ਕਰ ਦਿੱਤਾ ਜਾਂਦਾ ਰਿਹਾ। ਦਿੱਲੀ ਦਰਬਾਰ ਨਾਲ ਟੱਕਰ ਦੀ ਲੰਮੀ ਪਰੰਪਰਾ ਹੋਣ ਕਰਕੇ ਸਿੱਖਾਂ ਨੇ ਦਰਬਾਰ ਸਾਹਿਬ ਉੱਤੇ ਹਮਲੇ ਨੂੰ ਦਿੱਲੀ ਵੱਲੋਂ ਉਹਨਾਂ ਨੂੰ ਦਬਾਉਣ, ਕੁਚਲਣ ਅਤੇ ਸਬਕ ਸਿਖਾਉਣ ਦੇ ਯਤਨ ਵਜੋਂ ਵੇਖਿਆ। ਜਦ ਇੱਕ ਵਾਰ ਇਹ ਗੱਲ ਹੋ ਗਈ ਤਾਂ ਸਿੱਖਾਂ ਅੰਦਰ ਝੱਟ ਉਹੀ ਆਪ ਮੁਹਾਰਾ ਪੁਰਾਤਨ ਪ੍ਰਤੀਕਰਮ ਪ੍ਰਗਟ ਹੋ ਤੁਰਿਆ। ਸਿੱਖ ਇਤਿਹਾਸ ਤੇ ਪਰੰਪਰਾ ਬਾਰੇ ਡੂੰਘੀ ਸਮਝ ਰੱਖਣ ਵਾਲੇ ਲੋਕਾਂ ਨੇ ਇਹ ਗੱਲ ਝੱਟ ਬੁੱਝ ਲਈ ਸੀ ਕਿ ਸਿੱਖ ਭਾਰਤੀ ਫੌਜ ਦੇ ਦਰਬਾਰ ਸਾਹਿਬ ਉੱਤੇ ਹਮਲੇ ਦੀ ਤੁਲਨਾ ਅਫਗਾਨ ਤੇ ਮੁਗਲ ਸਮਿਆਂ ਨਾਲ ਕਰਨ ਤੋਂ ਨਹੀਂ ਖੁੰਝਣਗੇ ਅਤੇ ਇਸ ਨਾਲ ਸਿੱਖ ਕੌਮ ਅੰਦਰ ਦਿੱਲੀ ਦੇ ਹਾਕਮਾਂ ਨੂੰ ਕਰਾਰਾ ਜਵਾਬ ਦੇਣ ਦੀ ਸੋਚ ਤੇ ਰੁਚੀ ਨੂੰ ਡੱਕ ਸਕਣਾ ਔਖਾ ਹੀ ਨਾਮੁਮਕਿਨ ਹੋ ਜਾਵੇਗਾ। ਕੁਝ ਬਰਤਾਨਵੀ ਅਖਬਾਰਾਂ ਨੇ ਦਰਬਾਰ ਸਾਹਿਬ ਉੱਤੇ ਹਮਲੇ ਦੇ ਤੁਰੰਤ ਬਾਅਦ ਇਹ ਸਿਆਸੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਆਉਣ ਵਾਲਾ ਸਮਾਂ ਇੰਦਰਾ ਗਾਂਧੀ ਤੇ ਭਾਰਤ ਲਈ ਇੰਨਾ ਸੁਖਦਾਈ ਨਹੀਂ ਹੋਵੇਗਾ। ਲੰਡਨ ਤੋਂ ਛਪਦੇ ਗਾਰਡੀਅਨ ਨੇ 8 ਜੂਨ ਦੇ ਅੰਕ ਵਿੱਚ ਹੀ ਇਹ ਟੇਵਾ ਲਾ ਦਿੱਤਾ ਸੀ ਕਿ ਮੁੱਢਲੀ ਸੈਨਿਕ ਸਫਲਤਾ ਦੇ ਬਾਵਜੂਦ ਭਾਰਤ ਸਰਕਾਰ ਨੂੰ ਛੇਤੀ ਹੀ ਜ਼ੋਰ ਚੜ੍ਹਵੀਂ ਸਿਵਲ ਨਾਫਰਮਾਨੀ ਅਤੇ ਗੁਰੀਲਾ ਕਿਸਮ ਦੀ ਦਹਿਸ਼ਤ ਪਸੰਦੀ ਦੇ ਮਿਸ਼ਰਣ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਹ ਵੀ ਕਿ ਭਾਰਤ ਤੇ ਇੰਦਰਾ ਗਾਂਧੀ ਦੋਨੋਂ ਹੀ ਆਪਣੇ ਪੈਟਰੋਲ ਵੱਲ ਵੱਧ ਰਹੇ ਹਨ। ਬਹੁਤ ਛੇਤੀ ਭਾਰਤ ਅੰਦਰਲੇ ਅਤੇ ਦੁਨੀਆ ਭਰ ਦੇ ਸਿੱਖ ਦਹਿਸ਼ਤ ਪਸੰਦੀ ਦਾ ਰਾਹ ਅਖਤਿਆਰ ਕਰ ਸਕਦੇ ਹਨ, ਜਿਸ ਨਾਲ ਭਾਰਤ ਲਈ ਆਫਤ ਖੜੀ ਹੋ ਜਾਵੇਗੀ। ਆਪਣੇ ਰੂੜੀਵਾਦੀ ਵਿਚਾਰਾਂ ਦੇ ਭਾਰਤੀ ਪੱਖੀ ਝੁਕਾਵਾਂ ਕਰਕੇ ਸਿੱਖ ਸੰਘਰਸ਼ ਨੂੰ ਵਿਰੋਧ ਭਾਵਨਾ ਨਾਲ ਵੇਖਣ ਵਾਲੇ ਇੱਕ ਹੋਰ ਪ੍ਰਸਿੱਧ ਬਰਤਾਨਵੀ ਅਖਬਾਰ ਨੇ ਵੀ ਆਪਣੇ 8 ਜੂਨ ਦੇ ਸੰਪਾਦਕੀ ਵਿੱਚ ਭਾਰਤੀ ਹਾਕਮਾਂ ਨੂੰ ਇਹ ਕਹਿੰਦਿਆਂ ਸਿੱਖ ਖਤਰੇ ਤੋਂ ਖਬਰਦਾਰ ਕਰ ਦਿੱਤਾ ਸੀ ਕਿ ਸਿੱਖ ਸਖਤ ਜਾਨ ਘੁਲਾਟੀਏ ਹਨ, ਜਿਨ੍ਹਾਂ ਦਾ ਕੇਂਦਰੀ ਸੱਤਾ ਵਿਰੁੱਧ ਸੰਘਰਸ਼ ਦਾ ਲੰਮਾ ਇਤਿਹਾਸ ਹੈ। ਜਦ 1716 ਈਸਵੀ ਵਿੱਚ ਦਿੱਲੀ ਵਿਖੇ 700 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਬਾਕੀ ਬਚੇ ਸਿੱਖ ਪਹਾੜਾਂ ਨੂੰ ਨਿਕਲ ਗਏ ਸਨ ਅਤੇ ਉੱਥੋਂ ਦਹਿਸ਼ਤ ਪਸੰਦ ਬਣ ਕੇ ਹੀ ਪਰਤੇ ਸਨ ਅਤੇ ਕੇਂਦਰੀ ਸੱਤਾ ਦੇ ਕਮਜ਼ੋਰ ਪੈਂਦਿਆਂ ਹੀ ਉਹ ਪੰਜਾਬ ਦੇ ਹਾਕਮ ਹੋ ਨਿਬੜੇ ਸਨ। ਇਹ ਰਾਜਸੀ ਨਿਰਣੇ ਤੇ ਅਨੁਮਾਨ ਉਹਨਾਂ ਲੋਕਾਂ ਦੇ ਸਨ ਜੋ ਜਾਂ ਤਾਂ ਖੁਦ ਸਿੱਖਾਂ ਦੇ ਦੁੱਖ ਵਿੱਚ ਸ਼ਰੀਕ ਸਨ ਅਤੇ ਜਾਂ ਸਿੱਖਾਂ ਦੇ ਹਕੀਕੀ ਦੁੱਖ ਨੂੰ ਨਿਰਲੇਪ ਭਾਵਨਾ ਨਾਲ ਸਮਝਣ ਦੀ ਜਿਗਿਆਸਾ ਰੱਖਦੇ ਸਨ। ਪਰ ਭਾਰਤ ਦਾ ਹਿੰਦੂ ਵਰਗ ਇਹਨਾਂ ਦੋਨਾਂ ਹੀ ਗੱਲਾਂ ਤੋਂ ਸੱਖਣਾ ਹੈ। ਸਿਰਫ ਉਹਨਾਂ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦਾ ਫੈਸਲਾ ਲੈਣ ਵੇਲੇ ਇਸ ਗੱਲ ਦੀ ਬਹੁਤੀ ਪਰਵਾਹ ਹੀ ਕੀਤੀ ਕਿ ਇਸ ਨਾਲ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਕਿੰਨੀ ਠੇਸ ਪਹੁੰਚੇਗੀ। ਸਗੋਂ ਹਮਲੇ ਤੋਂ ਬਾਅਦ ਜੋ ਗੱਲਾਂ ਕਹੀਆਂ ਤੇ ਕੀਤੀਆਂ ਗਈਆਂ ਉਹਨਾਂ 'ਚੋਂ ਹਿੰਦੂ ਵਰਗ ਦਾ ਸਿੱਖਾਂ ਦੇ ਅਹਿਸਾਸਾਂ ਤੇ ਭਾਵਨਾਵਾਂ ਟਿੱਚ ਕਰਕੇ ਜਾਣਨ ਦਾ ਵਤੀਰਾ ਵੀ ਸਰੂਪ ਸ਼ਕਲ ਵਿੱਚ ਪ੍ਰਗਟ ਹੋਇਆ। ਹਮਲੇ ਤੋਂ ਬਾਅਦ ਜਦ ਸਾਰਾ ਸਿੱਖ ਭਾਈਚਾਰਾ ਗਹਿਰੇ ਸਦਮੇ ਤੇ ਸੋਗ ਵਿੱਚ ਡੁੱਬਿਆ ਹੋਇਆ ਸੀ ਤਾਂ ਸਮੁੱਚਾ ਹਿੰਦੂ ਮੀਡੀਆ ਸਰਕਾਰੀ ਤੇ ਗੈਰ ਸਰਕਾਰੀ ਦਰਬਾਰ ਸਾਹਿਬ ਤੇ ਇਸ ਦੀ ਅਜ਼ਮਤ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਸਿੱਖ ਜੁਝਾਰੂਆਂ ਬਾਰੇ ਹੱਦੋਂ ਵੱਧ ਝੂਠੀਆਂ ਤੇ ਮਨਘੜਤ ਖਬਰਾਂ ਨਸ਼ਰ ਕਰਕੇ ਦੁਨੀਆ ਦੀਆਂ ਨਜ਼ਰਾਂ ਵਿੱਚ ਉਹਨਾਂ ਸਿੱਖਾਂ ਨੂੰ ਹੋਰ ਵੱਧ ਜਲੀਲ ਕਰਨ ਤੇ ਨੀਵੇਂ ਵਿਖਾਉਣ ਦੀ ਬਦਹਵਾਸੀ ਤੇ ਉਤਰ ਆਇਆ ਸੀ। ਉਸ ਵੇਲੇ ਜਦੋਂ ਦੁਨੀਆ ਭਰ ਦੀ ਪ੍ਰੈਸ ਇੰਦਰਾ ਗਾਂਧੀ ਵੱਲੋਂ ਇੱਕ ਬਹਾਦਰ ਤੇ ਗੈਰਤਮੰਦ ਕੌਮ ਦੇ ਧਾਰਮਿਕ ਜਜ਼ਬਾਤਾਂ ਉੱਤੇ ਦੁਖਾਵੀ ਸੱਟ ਮਾਰਨ ਵਾਲੀ ਇਸ ਕਾਰਵਾਈ ਤੇ ਫੌਰੀ ਤੇ ਦੂਰਗਾਮੀ ਨਤੀਜਿਆਂ ਬਾਰੇ ਆਪਣੇ ਗਹਿਰੇ ਸਰੋਕਾਰਾਂ ਦਾ ਪ੍ਰਗਟਾਵਾ ਕਰ ਰਹੀ ਸੀ ਅਤੇ ਇੰਦਰਾ ਗਾਂਧੀ ਦੀ ਰਾਜਨੀਤਿਕ ਦਾਨਸ਼ਮੰਦੀ ਉੱਤੇ ਡੂੰਘੇ ਸਵਾਲੀਆ ਚਿੰਨ੍ਹ ਲਾਏ ਜਾ ਰਹੇ ਸਨ ਤਾਂ ਭਾਰਤ ਦੀ ਕੌਮੀ ਕਹੀ ਜਾਣ ਵਾਲੀ ਹਿੰਦੂ ਪ੍ਰੈਸ ਇਸ ਕਾਰਵਾਈ ਦੇ ਨਤੀਜਿਆਂ ਤੋਂ ਬੇਪਰਵਾਹ ਆਪਣੀ ਇਸ ਜਿੱਤ ਦੇ ਸਰੂਰ ਵਿੱਚ ਬਹੁਤ ਹੀ ਹੋਛੇ ਢੰਗ ਨਾਲ ਇੰਦਰਾ ਗਾਂਧੀ ਦੀ ਜੈ ਜੈਕਾਰ ਕਰਨ ਵਿੱਚ ਜੁਟੀ ਹੋਈ ਸੀ। ਹਿੰਦੁਸਤਾਨ ਟਾਈਮਜ਼ ਨੇ 7 ਜੂਨ ਨੂੰ ਹੀ ਜਦੋਂ ਅਕਾਲ ਤਖਤ ਸਾਹਿਬ ਤੇ ਹੋਰਨਾਂ ਇਮਾਰਤਾਂ 'ਚੋਂ ਅਜੇ ਅੱਗ ਦੀਆਂ ਬਰਾਬਰ ਲਪਟਾਂ ਨਿਕਲ ਰਹੀਆਂ ਸਨ ਅਤੇ ਦਰਬਾਰ ਸਾਹਿਬ ਦੀ ਸਮੁੱਚੀ ਪਰਿਕਰਮਾ ਸਮੇਤ ਇਸ ਦੇ
ਬਰਾਂਡਿਆਂ ਤੇ ਕਮਰਿਆਂ 'ਚੋਂ ਅਜੇ ਬਰਾਬਰ ਲਹੂ ਨੁੱਚੜ ਰਿਹਾ ਸੀ। ਹੰਕਾਰ ਗਰੈਸੇ ਲਹਿਜੇ ਵਿੱਚ ਆਪਣੇ ਸੰਪਾਦਕੀ ਵਿੱਚ ਇਹ ਦਾਅਵਾ ਕਰ ਮਾਰਿਆ ਸੀ ਕਿ ਪੰਜਾਬ ਅੰਦਰ ਇਸ ਫੌਜੀ ਕਾਰਵਾਈ ਨਾਲ ਰਾਜ ਅੰਦਰ ਆਤੰਕਵਾਦੀ ਕਾਰਵਾਈਆਂ ਦਾ ਸ਼ਰਤੀਆ ਤੌਰ 'ਤੇ ਅੰਤ ਹੋ ਜਾਵੇਗਾ। ਜਦ ਦੁਨੀਆ ਭਰ ਦੇ ਸਿੱਖ ਇੰਦਰਾ ਗਾਂਧੀ ਵਿਰੁੱਧ ਆਪਣੇ ਪ੍ਰਚੰਡ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਜਗ੍ਹਾ ਜਗ੍ਹਾ ਉਸ ਦੇ ਪੁਤਲੇ ਸਾੜ ਰਹੇ ਸਨ ਤਾਂ ਸਟੇਟਸਮੈਨ ਨੇ ਦਿੱਲੀ ਪ੍ਰਕਾਸ਼ਨ ਦਾ ਸੰਪਾਦਕ ਆਪਣੇ ਸੰਪਾਦਕੀ ਵਿੱਚ ਇੰਦਰਾ ਗਾਂਧੀ ਨੂੰ ਉਸ ਦੁਆਰਾ ਪੰਜਾਬ ਸਮੱਸਿਆ ਨਾਲ ਨਿਪਟਣ ਵੇਲੇ ਵੀ ਦਿਖਾਈ ਮਨ ਦੀ ਦ੍ਰਿੜਤਾ ਤੇ ਉਦੇਸ਼ ਨਿਸ਼ਚਿਤਤਾ ਬਾਰੇ ਵਧਾਈਆਂ ਦੇ ਰਿਹਾ ਸੀ। ਸਿੱਖ ਕੌਮ ਵਿਰੁੱਧ ਐਡਾ ਉਪੱਦਰ ਕਰਨ ਤੋਂ ਬਾਅਦ ਵੀ ਭਾਰਤ ਦਾ ਹਿੰਦੂ ਵਰਗ ਆਪਣੇ ਕੀਤੇ ਉੱਤੇ ਸ਼ਰਮਸ਼ਾਰ ਹੋਣ ਦੀ ਥਾਵੇਂ ਉਲਟਾ ਸਿੱਖਾਂ ਕੋਲੋਂ ਪਛਤਾਵੇ ਤੇ ਸੁਧਾਈ ਦੀ ਮੰਗ ਕਰਨ ਦੀ ਬੇਹਯਾਈ ਦਿਖਾ ਰਿਹਾ ਸੀ। ਮੁੰਬਈ ਤੋਂ ਛਾਪੇ ਟਾਈਮਜ਼ ਆਫ ਇੰਡੀਆ ਨੇ ਆਪਣੇ ਸੰਪਾਦਕੀ ਰਾਹੀਂ ਹਾਕਮਾਨਾ ਲਹਿਜੇ ਵਿੱਚ ਸਿੱਖ ਭਾਈਚਾਰੇ ਕੋਲੋਂ ਵਡੇਰੇ ਕੌਮੀ ਹਿੱਤਾਂ ਨੂੰ ਪ੍ਰਮੁੱਖ ਰੱਖਣ ਅਤੇ ਦੀ ਇਸ ਘੜੀ ਉੱਤੇ ਪੂਰੇ ਉਤਰਨ ਦੀ ਮੰਗ ਕੀਤੀ ਸੀ। ਜਦ ਦੁਨੀਆ ਭਰ ਦੇ ਸਿੱਖਾਂ ਦੇ ਹਿਰਦੇ ਜੇ ਪਏ ਸਨ, ਭਾਰਤ ਦਾ ਤਤਕਾਲੀ ਹੋਮ ਸਕੱਤਰ MMK ਵਲੀ ਇਹ ਕਹਿਣ ਦੀ ਹਿਮਾਕਤ ਕਰ ਰਿਹਾ ਸੀ ਕਿ ਸਾਡੇ ਵਿਚਾਰ ਵਿੱਚ ਕੁੱਲ ਮਿਲਾ ਕੇ ਸਿੱਖ ਭਾਈਚਾਰਾ ਰਾਹਤ ਮਹਿਸੂਸ ਕਰ ਰਿਹਾ ਹੈ। ਭਾਰਤ ਸਰਕਾਰ ਅਤੇ ਹਿੰਦੂ ਵਰਗ ਦੁਆਰਾ ਹਮਲੇ ਤੋਂ ਬਾਅਦ ਦਿਖਾਈ ਗਈ ਇਸ ਉੱਜੜਤਾ ਭਰੀ ਸੰਵੇਦਨਹੀਨਤਾ ਨੇ ਬਲਦੀ ਅੱਗ ਉੱਤੇ ਤੇਲ ਪਾਉਣ ਦਾ ਕੰਮ ਕੀਤਾ, ਜਿਸ ਨਾਲ ਜੋ ਭਾਂਬੜ ਬਲ ਉੱਠੇ ਉਹਨਾਂ ਨੇ ਭਾਰਤ ਅੰਦਰ ਅਤੇ ਭਾਰਤ ਦਾ ਬਹੁਤ ਕੁਝ ਲੁਕੋ ਕੇ ਰੱਖ ਦਿੱਤਾ। ਹਮਲੇ ਦੀ ਖਬਰ ਮਿਲਦਿਆਂ ਹੀ ਬਲਜੀਤ ਮਲਿਕ ਵੱਲੋਂ ਕੀਤੀ ਗਈ ਭਵਿੱਖਬਾਣੀ ਅੱਖਰ ਅੱਖਰ ਸੱਚ ਹੋ ਨਿਬੜੀ। 7 ਜੂਨ ਨੂੰ ਇੱਕ ਬਰਤਾਨਵੀ ਅਖਬਾਰ ਦੇ ਨੁਮਾਇੰਦੇ ਨਾਲ ਗੱਲ ਕਰਦਿਆਂ ਉਸ ਨੇ ਜੋ ਕਿਹਾ ਉਹ ਇਹ ਸੀ ਕਿ ਹੁਣ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਹੱਲਾ ਬੋਲ ਕੇ ਕਬਜ਼ਾ ਜਮਾ ਲਿਆ ਅਤੇ ਸੈਂਕੜੇ ਲੋਕਾਂ ਨੂੰ ਕਤਲ ਕਰ ਦਿੱਤਾ। ਦੇਖਣਾ ਛੇਤੀ ਹੀ ਭਾਰਤ ਅੰਦਰ ਅਤੇ ਦੁਨੀਆ ਭਰ ਵਿੱਚ ਬਹੁਤ ਸਾਰੇ ਸਿੱਖ ਸੰਭਾਵੀ ਦਹਿਸ਼ਤ ਪਸੰਦਾਂ ਵਿੱਚ ਤਬਦੀਲ ਹੋ ਜਾਣਗੇ ਅਤੇ ਭਾਰਤ ਲਈ ਭਾਰੀ ਖਤਰਾ ਖੜਾ ਹੋ ਜਾਵੇਗਾ। ਸੁਬਰਾਮਨਿਅਮ ਸਵਾਮੀ, ਜੋ ਉਸ ਵਕਤ ਜਨਤਾ ਪਾਰਟੀ ਦਾ ਆਗੂ ਤੇ ਮੈਂਬਰ ਪਾਰਲੀਮੈਂਟ ਸੀ, ਨੇ 24 ਅਪ੍ਰੈਲ ਤੋਂ ਲੈ ਕੇ 27 ਅਪ੍ਰੈਲ ਤੱਕ ਦਰਬਾਰ ਸਾਹਿਬ ਅੰਦਰ ਲਗਾਤਾਰ 3 ਦਿਨ ਬਿਤਾਏ ਸਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ ਸਨ। ਵਾਪਸ ਦਿੱਲੀ ਪਹੁੰਚ ਕੇ ਉਸ ਨੇ ਇਲਸਟ੍ਰੇਟਡ ਵੀਕਲੀ ਆਫ ਇੰਡੀਆ ਦੇ ਵਿੱਚ ਇੱਕ ਲੇਖ ਛਪਵਾਇਆ ਸੀ, ਜਿਸ ਵਿੱਚ ਉਸ ਨੇ ਭਾਰਤੀ ਸਰਕਾਰ ਨੂੰ ਸਾਫ਼ ਸ਼ਬਦਾਂ ਵਿੱਚ ਇਹ ਚੇਤਾਵਨੀ ਦੇ ਦਿੱਤੀ ਸੀ ਕਿ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਹਮਲੇ ਦੀ ਕਾਰਵਾਈ ਇੱਕ ਵੱਡੀ ਭੁੱਲ ਹੋਵੇਗੀ ਅਤੇ ਹਮਲੇ ਦੌਰਾਨ ਜੇਕਰ ਭਾਰੀ ਗੋਲਾਬਾਰੀ ਨਾਲ ਦਰਬਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਦਾ ਨੁਕਸਾਨ ਹੋ ਗਿਆ ਤਾਂ ਭਾਰਤ ਇੱਕ ਸੰਕਲਪ ਦੇ ਤੌਰ 'ਤੇ ਤਬਾਹ ਹੋ ਜਾਵੇਗਾ। ਸਿੱਖ ਹਿਰਦੇ ਤੇ ਮਨ ਉੱਤੇ ਲੱਗਿਆ ਘਾਉ ਸਦੀਵੀ ਹੋ ਨਿਬੜੇਗਾ ਅਤੇ ਉਸ ਤੋਂ ਬਾਅਦ ਛਿੜਨ ਵਾਲੇ ਖੂਨ ਖਰਾਬੇ ਦੇ ਸਿਲਸਿਲੇ ਦਾ ਕਿਤੇ ਜਾ ਕੇ ਵੀ ਨਿਬੇੜਾ ਨਹੀਂ ਹੋਣਾ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।